ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ 2 ਵਜੇ ਦੀਆਂ 5 ਵੱਡੀਆਂ ਖਬਰਾਂ ਲੈ ਕੇ। 5 ਉਹ ਖਬਰਾਂ ਜੋ ਪੂਰੇ ਦਿਨ ਦੇ ਵਿੱਚ ਸਭ ਤੋਂ ਅਹਿਮ ਨੇ ਤੇ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ। ਮੈਂ ਸ਼ੁਰੂਆਤ ਕਰਾਂਗਾ 5ਵੀਂ ਖਬਰ ਤੋਂ, ਉਸ ਤੋਂ ਬਾਅਦ ਚੌਥੀ, ਤੀਜੀ, ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਖਬਰ ਯਾਨੀ ਕਿ ਪਹਿਲੀ ਖਬਰ ਤੁਹਾਨੂੰ ਦਿਖਾਵਾਂਗੇ। ਤਾਂ ਸ਼ੁਰੂਆਤ ਕਰਨ ਜਾ ਰਹੇ ਹਾਂ 5ਵੀਂ ਵੱਡੀ ਖਬਰ ਦਿਨ ਦੀ ਜੋ ਹੈ ਉਹ ਜੁੜੀ ਹੋਈ ਹੈ ਸੁਰੱਖਿਆ ਦੇ ਨਾਲ। ਸ਼ੁਰੂਆਤ ਇਸੇ ਦੇ ਨਾਲ ਕਰਨ ਜਾ ਰਹੇ ਹਾਂ। ਸਕਰੀਨ ਦੇ ਉੱਤੇ ਆ ਚੁੱਕੀ ਹੈ ਸੁਰੱਖਿਆ ਦੇ ਉੱਤੇ ਇਸ ਸਮੇਂ ਪੰਜਾਬ ਪੁਲਿਸ ਪ੍ਰਸ਼ਾਸਨ ਜ਼ਰੂਰ ਸਖਤੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ। ਸੂਰੀ ਕਤਲकांड ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੁਰੱਖਿਆ ਮੁਲਾਜ਼ਮਾਂ ਨੂੰ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੂੰ ਖਾਸ ਤੌਰ ਦੀ ਇੱਕ ਟ੍ਰੇਨਿੰਗ ਦਿੱਤੀ ਜਾਵੇਗੀ। ਇੱਕ ਨਵਾਂ ਫੈਸਲਾ ਲਿਆ ਗਿਆ ਕਿਉਂਕਿ ਰਿਟੈਲੀਏਟ ਨਹੀਂ ਕੀਤਾ ਗਿਆ ਜਦੋਂ ਘਟਨਾਵਾਂ ਵਾਪਰੀਆਂ ਨੇ। ਖਾਸ ਤੌਰ ਤੇ ਸੁਧੀਰ ਸੂਰੀ ਦਾ ਕਤਲ ਹੋਇਆ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ 15 ਜਿਹੜੇ ਸੁਰੱਖਿਆ ਮੁਲਾਜ਼ਮ ਉਸ ਦੇ ਨਾਲ ਮੌਜੂਦ ਸੀ ਤੇ ਕੁਝ ਵੱਡੇ ਅਧਿਕਾਰੀ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ, ਪਰ ਬਾਵਜੂਦ ਇਸ ਦੇ ਉੱਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਤਾਂ ਹੁਣ ਕਮਾਂਡੋਜ਼ ਵਰਗੀ ਟ੍ਰੇਨਿੰਗ ਦੇ ਲਈ ਲੈਸ ਕੀਤਾ ਜਾਏਗਾ, ਟ੍ਰੇਨ ਕੀਤਾ ਜਾਏਗਾ। ਤੁਹਾਨੂੰ ਦੱਸ ਦਈਏ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਕਮਾਂਡੋਜ਼ ਦੇ ਲੈਵਲ ਦੀ ਟ੍ਰੇਨਿੰਗ ਮਿਲੇਗੀ। ਸਰੀਰਕ ਫਿਟਨੈਸ ਦੇ ਉੱਤੇ ਖਾਸ ਫੋਕਸ ਰੱਖਿਆ ਜਾਏਗਾ। ਹਰ ਤਰ੍ਹਾਂ ਦੇ ਮੁਸ਼ਕਿਲ ਆਪਰੇਸ਼ਨਸ ਦੇ ਲਈ ਵੀ ਤਿਆਰ ਕੀਤਾ ਜਾਏਗਾ। ਟਾਰਗੇਟਡ ਹਸਤੀਆਂ ਦੀ ਸੁਰੱਖਿਆ ਦੇ ਲਈ ਪਲਾਨ ਤਿਆਰ ਕੀਤਾ ਜਾ ਰਿਹਾ, ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਦੀ ਸੁਰੱਖਿਆ ਦੇ ਵਿੱਚ ਮੁਲਾਜ਼ਮ ਲੱਗਣਗੇ ਤਾਂ ਉਹ ਕੁਝ ਇਸ ਤਰੀਕੇ ਨਾਲ ਟ੍ਰੇਨ ਹੋਣਗੇ ਕਿ ਤੁਸੀਂ ਉਹਨਾਂ ਨੂੰ ਕਮਾਂਡੋ ਵੀ ਕਹਿ ਸਕੋਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਸੁਰੱਖਿਆ ਦੇ ਲਈ ਪਲਾਨ ਤਿਆਰ ਕੀਤਾ ਗਿਆ ਤੇ ਕਮਾਂਡੋਜ਼ ਦੀ ਸਿਖਲਾਈ ਦੇ ਵਿੱਚ ਰੋਜ਼ਾਨਾ 42 ਕਿਲੋਮੀਟਰ ਦੀ ਦੌੜ ਹੁੰਦੀ ਹੈ ਔਰ ਕਰੀਬ 7 ਕਿਲੋਮੀਟਰ ਤੱਕ ਸਵਿਮਿੰਗ ਯਾਨੀ ਕਿ ਤੈਰਾਕੀ, 3200 ਪੁਸ਼ਅਪਸ, ਡੰਡ ਬੈਠਕਾਂ ਆਪਾਂ ਉਸਨੂੰ ਵੀ ਪੈਰਲਰ ਕਹਿ ਦਿੰਦੇ ਆ, ਪੁਸ਼ਅਪਸ ਥੋੜੇ ਅਲੱਗ ਹੁੰਦੇ ਨੇ ਔਰ ਬੇहद ਮੁਸ਼ਕਿਲ ਐਕਟੀਵਿਟੀਜ਼ ਦੇ ਤਹਿਤ 42 ਕਿਲੋਮੀਟਰ ਦੇ ਦੌੜ ਦੌਰਾਨ 12 ਕਿਲੋਮੀਟਰ ਤੱਕ ਦੁੱਗਣੇ ਭਾਰ ਦੇ ਨਾਲ ਦੌੜਨਾ ਸ਼ਾਮਿਲ ਹੈ। ਤਾਂ ਕੁੱਲ ਮਿਲਾ ਕੇ ਇਸ ਸਮੇਂ ਵੱਡੀ ਖਬਰ ਇਹ ਹੈ ਕਿ ਜਿਹੜੀ ਟ੍ਰੇਨਿੰਗ ਚੱਲੇਗੀ ਹੁਣ ਪੁਲਿਸ ਮੁਲਾਜ਼ਮਾਂ ਦੀ, ਖਾਸ ਤੌਰ ਤੇ ਉਹਨਾਂ ਦੀ ਜੋ ਕਿ ਕਈ ਵੱਡੀਆਂ ਸ਼ਖਸੀਅਤਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਣਗੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਟ੍ਰੇਨ ਕੀਤਾ ਜਾਏਗਾ ਤਾਂ ਕਿ ਉਹ ਐਕਸ਼ਨ ਸਮੇਂ ਦੇ ਉੱਤੇ ਕਰ ਸਕਣ। ਔਰ ਸਿੱਧਾ ਰੁਕ ਕਰਦੇ ਹਾਂ ਪੰਕਜ ਕਬਾਹੀ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ। ਪੰਕਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਸੁਧੀਰ ਸੂਰੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਡੇਰਾ ਪ੍ਰੇਮੀ ਦਾ ਕਤਲ ਹੋਇਆ ਉਸ ਨੂੰ ਦੇਖਿਆ ਜਾਵੇ ਕਿ ਇਹ ਪੂਰਾ ਪਲਾਨ ਇਹਨਾਂ ਟਾਰਗੇਟ ਕਿਲਿੰਗਸ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਤਿਆਰ ਕੀਤਾ ਗਿਆ? ਕੀ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ? ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇੱਕ ਰਿਪੋਰਟ ਜਿਹੜੀ ਹੈ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਔਰ ਇਸ ਵਿੱਚ ਮੁੱਖ ਮੰਤਰੀ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਿ ਇੱਕ ਸਪੈਸ਼ਲ ਟ੍ਰੇਨਿੰਗ ਜਿਹੜੀ ਹੈ ਉਹ ਉਹਨਾਂ ਕਰਮਚਾਰੀਆਂ ਦੀ ਹੋਣੀ ਚਾਹੀਦੀ, ਪੁਲਿਸ ਮੁਲਾਜ਼ਮਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਖਾਸ ਤੌਰ ਦੇ ਉੱਤੇ VVIP ਸਿਕਿਉਰਿਟੀ ਦੇ ਵਿੱਚ ਜਾਂ ਕਿਸੇ ਅਜਿਹੇ ਸ਼ਖਸ ਦੇ ਨਾਲ ਮੌਜੂਦ ਰਹਿੰਦੇ ਨੇ ਅਗਰ ਉਹਨਾਂ ਨੂੰ ਕੋਈ ਅਜਿਹਾ ਮੌਕਾ ਸਾਹਮਣੇ ਆਉਂਦਾ, ਸੂਰੀ ਮਟਰ ਦੇਖ ਲਓ ਜਾਂ ਡੇਰਾ ਪ੍ਰੇਮੀ ਮਟਰ ਦੇਖ ਲਓ, ਉਸ ਵੇਲੇ ਜਿਹੜੇ ਨਾਲ ਸਿਕਿਉਰਿਟੀ ਗਾਰਡ ਹੁੰਦੇ ਨੇ ਕੁਝ ਕਰ ਨਹੀਂ ਪਾਉਂਦੇ, ਤਾਂ ਉਹਨਾਂ ਦੀ ਇੱਕ ਕਮਾਂਡੋ ਟ੍ਰੇਨਿੰਗ ਹੋਣੀ ਚਾਹੀਦੀ ਹੈ ਔਰ ਉਸ ਕਮਾਂਡੋ ਟ੍ਰੇਨਿੰਗ ਦੇ ਲਈ ਇੱਕ ਪੂਰੀ ਟੀਮ ਤਿਆਰ ਕੀਤੀ ਗਈ। DSP ਲੈਵਲ ਪੂਰੀ ਰਿਪੋਰਟ ਜਿਹੜੀ ਹੈ ਉਹ ਦੇਗਾ ਔਰ ਇਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਬੇहद ਜ਼ਰੂਰੀ ਹੈ। ਗੌਰਵ, ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਸੁਰੱਖਿਆ ਦੇ ਵਿੱਚ ਲੱਗੇ ਹੁੰਦੇ ਨੇ ਉਹ ਫਿਜ਼ੀਕਲੀ ਫਿੱਟ ਨਹੀਂ ਹੁੰਦੇ। ਕਿਸੇ ਦਾ ਢਿੱਡ ਬਾਹਰ ਹੁੰਦਾ ਹੈ, ਕੋਈ ਢਿੱਲਾ ਹੁੰਦਾ ਹੈ ਔਰ ਮੈਂਟਲੀ ਤੌਰ ਤੇ ਵੀ ਉਸ ਤਰੀਕੇ ਨਾਲ ਫਿੱਟ ਨਹੀਂ ਹੁੰਦਾ। ਇੱਕ ਸਿਰਫ ਮੈਂਟਲੀ ਤੌਰ ਤੇ ਉੱਥੇ VIP ਜਾਂ ਕਿਸੇ ਸੁਰੱਖਿਆ ਜਿਹੜਾ ਨਾਲ ਜਿਸ ਦੀ ਸੁਰੱਖਿਆ ਕਰ ਰਹੇ ਹੁੰਦੇ ਉਹਨੂੰ ਇੱਕ ਸਿਕਿਉਰਿਟੀ ਦਿੰਦੇ ਨੇ। ਲੇਕਿਨ ਜਦੋਂ ਇਸ ਤਰੀਕੇ ਦੇ ਚੈਲੰਜ ਸਾਹਮਣੇ ਆਏ, ਸੂਰੀ ਮਟਰ ਕੇਸ ਤੁਹਾਡੇ ਸਾਹਮਣੇ ਹੈ, ਡੇਰਾ ਪ੍ਰੇਮੀ ਦਾ ਕੇਸ ਸਾਹਮਣੇ ਹੈ, ਉਸ ਵੇਲੇ ਇਹ ਸੁਰੱਖਿਆ ਮੁਲਾਜ਼ਮ ਕੁਝ ਐਕਸ਼ਨ ਨਹੀਂ ਲੈ ਪਾਏ। ਤਾਂ ਇਹਨਾਂ ਨੂੰ ਇੱਕ ਫਿਜ਼ੀਕਲ ਟ੍ਰੇਨਿੰਗ ਦੇਣ ਦਾ ਇੱਕ ਕੈਂਪ ਜਿਹੜਾ ਉਹ ਲਗਾਇਆ ਜਾਏਗਾ। ਇਹਨਾਂ ਨੂੰ ਬਕਾਇਦਾ ਤੌਰ ਤੇ ਦਿੱਲੀ ਕਾਫੀ ਕਿਲੋਮੀਟਰ ਜਿਹੜਾ ਭੱਜਣਾ ਹੋਏਗਾ, ਤੈਰਾਕੀ ਕਰਨੀ ਹੋਏਗੀ, ਪੁਸ਼ਅਪ ਕਰਨਾ ਹੋਏਗਾ ਔਰ ਇੱਕ ਟ੍ਰੇਨਿੰਗ ਅਜਿਹੀ ਦਿੱਤੀ ਜਾਏਗੀ ਜਿਸ ਦੇ ਨਾਲ ਇਹ ਅਲਰਟ ਵੀ ਰਹਿਣ ਔਰ ਨਜ਼ਰ ਜਿਹੜੀ ਹੈ ਉਹ ਆਲੇ ਦੁਆਲੇ ਉਸ ਤਰੀਕੇ ਦੇ ਨਾਲ ਰੱਖਣ ਤਾਂ ਕਿ ਕਿਸੇ ਵੀ ਤਰੀਕੇ ਨਾਲ ਕੋਈ ਥ੍ਰੈਟ ਜਿਹੜਾ ਹੈ ਉਹ ਨਾ ਹੋਵੇ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਪੰਕਜ ਕਪਾਹੀ ਪੂਰੀ ਜਾਣਕਾਰੀ ਦੇ ਰਹੇ ਨੇ। ਖੈਰ, ਕਿਸ ਤਰੀਕੇ ਦੇ ਨਾਲ ਹੁਣ ਅੱਗੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਿੰਨੀ ਜਲਦੀ ਕੰਪਲੀਟ ਕੀਤੀ ਜਾਂਦੀ ਹੈ ਔਰ ਜੋ ਜ਼ਿਕਰ ਇਸ ਸਮੇਂ ਹੋ ਰਿਹਾ ਹੈ ਕਿ ਸੁਧੀਰ ਸੂਰੀ ਦਾ ਕਤਲ ਹੋਇਆ ਹੋਵੇ ਜਾਂ ਫਿਰ ਡੇਰਾ ਪ੍ਰੇਮੀ ਦਾ ਕੋਟਪੁਰਾ ਦੇ ਵਿੱਚ ਕਤਲ ਹੋਇਆ ਹੋਵੇ, ਦੋਵੇਂ ਮਾਮਲਿਆਂ ਦੇ ਵਿੱਚ ਇਹ ਜ਼ਰੂਰ ਸਵਾਲ ਉੱਠੇ ਕਿ ਜੇਕਰ ਸੁਰੱਖਿਆ ਮੌਜੂਦ ਸੀ ਤੇ ਉਹਨਾਂ ਦੇ ਕੋਲ ਵੀ ਹਥਿਆਰ ਸਨ ਤਾਂ ਰਿਟੈਲੀਏਟ ਮਤਲਬ ਕਿ ਉਹਨਾਂ ਨੇ ਜਵਾਬ ਕਿਉਂ ਨਹੀਂ ਦਿੱਤਾ ਜਾਂ ਫਿਰ ਉਹਨਾਂ ਨੇ ਬਚਾਅ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂ ਕਿੰਨੀ ਕੀਤੀ, ਉਸ ਦੇ ਉੱਤੇ ਸਵਾਲ ਜ਼ਰੂਰ ਉੱਠ ਰਹੇ ਨੇ। ਇਸ ਸਭ ਦੇ ਵਿਚਾਲੇ ਹੁਣ ਇਸ ਟ੍ਰੇਨਿੰਗ ਦਾ ਜ਼ਿਕਰ ਹੋ ਰਿਹਾ ਹੈ। ਤੇ ਅੱਗੇ ਵਧਦੇ ਹਾਂ ਤੇ ਚੌਥੀ ਵੱਡੀ ਖਬਰ ਦਿਨ ਦੀ ਉਸ ਦਾ ਰੁਖ ਕਰਾਂਗੇ। ਇਹ ਖਬਰ ਜੁੜੀ ਹੋਈ ਹੈ ਡਰੋਨਸ ਦੀ ਐਕਟੀਵਿਟੀ ਦੇ ਨਾਲ ਤੇ ਇਸ ਦੇ ਉੱਤੇ ਇੱਕ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ, ਉਸ ਦਾ ਹੁਣ ਜ਼ਿਕਰ ਕਰਾਂਗੇ। ਚੌਥੀ ਵੱਡੀ ਖਬਰ, ਕਿਉਂਕਿ ਸਰਹੱਦ ਦੇ ਉੱਤੇ ਲਗਾਤਾਰ ਡਰੋਨ ਦੀ ਐਕਟੀਵਿਟੀ ਦੇਖਣ ਨੂੰ ਮਿਲਦੀ ਹੈ। 3 ਹਫ਼ਤਿਆਂ ਦੇ ਵਿੱਚ 4 ਡਰੋਨ ਢੇਰ ਕਰ ਦਿੱਤੇ ਗਏ ਨੇ। ਇਹ BSF ਦੇ ਵੱਲੋਂ
ਇੱਕ ਜਿਹੜੀ ਸਾਫ਼ ਤੌਰ ਤੇ ਜਾਣਕਾਰੀ ਦਿੱਤੀ ਗਈ ਔਰ ਬਾਰਡਰ ਦੇ ਉੱਤੇ ਡਰੋਨ ਦੇਖਣ ਦੇ ਉੱਤੇ ਫੌਰਨ ਐਕਸ਼ਨ ਲਿਆ ਜਾਂਦਾ ਹੈ। ਸਰਹੱਦ ਪਾਰ ਤੋਂ ਤਸਕਰੀ ਰੋਕਣ ਦੇ ਲਈ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ। ਇਹ ਡਰੋਨ ਐਕਟੀਵਿਟੀ ਦੇ ਉੱਤੇ BSF ਦਾ ਇੱਕ ਬਿਆਨ ਹੈ ਔਰ 3 ਹਫ਼ਤਿਆਂ ਦੇ ਵਿੱਚ 4 ਡਰੋਨ ਢੇਰ ਕੀਤੇ ਗਏ ਨੇ। ਕਾਬਿਲੇ ਗੌਰ ਹੈ ਕਿ ਇਹਨਾਂ ਦੇ ਵਿੱਚ ਇੱਕ ਡਰੋਨ ਤਾਂ ਅਜਿਹਾ ਵੀ ਸੀ ਜਿਸ ਨੂੰ ਹੈਲੀਕਾਪਟਰ ਡਰੋਨ ਕਿਹਾ ਜਾਂਦਾ ਹੈ, ਯਾਨੀ ਕਿ ਬਹੁਤ ਵੱਡਾ ਡਰੋਨ ਸੀ ਜਿਸ ਦੇ ਜ਼ਰੀਏ ਕਾਫੀ ਮਾਤਰਾ ਦੇ ਵਿੱਚ ਕਾਫੀ ਭਾਰ ਇਹ ਡਰੋਨ ਚੁੱਕਣ ਦੀ ਸਮਰੱਥਾ ਰੱਖਦਾ ਹੈ। ਇਸ ਕਰਕੇ ਵੀ ਇਹ ਜ਼ਰੂਰ ਅਹਿਮ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਡਰੋਨ ਐਕਟੀਵਿਟੀ ਦੇ ਉੱਤੇ ਰੋਕ ਲਗਾਈ ਜਾਵੇਗੀ। ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ BSF ਦੇ DG। स्पेशल DG हैं, हेडक्वार्टर वेस्टर्न कमांड BSF फर्स्ट लाइन ऑफ डिफेंस, और कई चीज़ों पर हमने बातचीत की है। सर, सबसे पहले तो जानकारी लेना चाहेंगे जो ड्रोन एक्टिविटीज़ हैं 21 से लेकर कंपैरिजन की अगर हम बात करें तो ड्रोन एक्टिविटीज़ जो हैं वो बड़ी हैं, तो किस तरह से देखते हैं, किस तरह से उसमें कमी और किस तरह से जो आप लोगों की चलती है एक्टिविटीज़ वहाँ पर वो किस तरह से? सबसे पहले मैं ये कहना चाहूँगा कि एज ए फर्स्ट लाइन ऑफ डिफेंस बॉर्डर सिक्योरिटी फोर्स चाहे सरफेस या चाहे एरियल किस रूट से भी स्मगलिंग का प्रयास होता है या इन्फिल्ट्रेशन का प्रयास होता है, इनको रोकने के लिए हरदम प्रयासरत है। जो आप कह रहे हैं, आपके प्रश्न पर आऊं तो फिर जब टेक्नोलॉजी का कभी कभी दुरुपयोग करके कुछ लोग नए नए टेक्निक्स ढूंढते हैं, उसी की कड़ी में पिछले 2-3 साल में ड्रोन्स के जरिए स्मगलिंग के अटेम्प्ट्स होती रही हैं। ये तो सर, इसके साथ साथ जैसे आपने बताया, क्योंकि पिछले 1.5-2 महीने की अगर हम बात करें, कई क्वांटिटी में जो ड्रोन हैं या असाइनमेंट्स हैं वो जो है रिकवर की गई हैं, लेकिन जो बैठे हैं जो मास्टर माइंड्स हैं उन तक जो है वो नहीं पहुंच पाते, कई बार गिरफ्तारियां नहीं हो पाती। लेकिन आपने बताया, एक एग्जाम्पल दिया कि 11 लोगों की इसमें गिरफ्तारी हुई है। ये भी एक कहीं ना कहीं एक क्वेश्चन है कि जिस तरह से वो पूरी एक्टिविटी को देर रात ही इस तरह की जो एक्टिविटीज होती है उसको अंजाम देते हैं, तो उसमें किस तरह से टेक्निक जो है वो अपनाई जाती है? देखिए, जो मैंने कहा था कि जब एक तो इमीडिएट रेस्पॉन्स होता है ड्रोन्स का, इमीडिएट रेस्पॉन्स की हम बात कहें तो फिर ड्रोन जब अंदर प्रवेश कर रहा होता है उसी टाइम पर हम अच्छी तरह डिटेक्ट करें, ह्यूमन इंस्टिंक्ट से भी, साथ साथ टेक्नोलॉजी के सहारे से भी, तो इसके खिलाफ एक्शन करना, तो फायरिंग वगैरह करना, बाकी जो जामिंग वगैरह करना, इस प्रकार का होता है कि कई सारे अटेम्प्ट्स तो फेल वैसे भी हो जाते हैं। तो फिर कुछ अटेम्प्ट्स अगर सक्सेसफुल, अगर उनके इसके कंसाइनमेंट गिराने पे सफल होते हैं तो पीछे डेप्थ में कवर करके जो उस कंसाइनमेंट को लेने के लिए आने वाला जो शख्स होता है उसको गिरफ्तारी के साथ होता है। जब गिरफ्तारी के साथ साथ कुछ इन्वेस्टिगेशन में आगे बढ़ करके कुछ पूरा गैंग का पकड़ने का भी कोशिश होता है। तो इस प्रकार का कई सारे लेयर्स में एफर्ट होता है कि अभी मैं कहना चाहूंगा कि पिछले 3 हफ्ते में 4 ड्रोन्स ऐसे गिराए गए हैं। ਤਾਂ ਡਰੋਨ ਲਗਾਤਾਰ ਇਸ ਸਮੇਂ ਵੱਡੀ ਚੁਣੌਤੀ ਬਣੇ ਹੋਏ ਨੇ ਕਿ ਜੇਕਰ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਉਡਾਨ ਭਰ ਕੇ ਭਾਰਤ ਵਾਲੇ ਪਾਸੇ ਆਉਂਦੇ ਨੇ ਤੇ ਚਿੰਤਾ ਹੈ। ਇਸ ਦੇ ਵਿੱਚ ਨਸ਼ਾ ਹੁੰਦਾ ਹੈ, ਇਸ ਦੇ ਵਿੱਚ ਹਥਿਆਰ ਹੁੰਦੇ ਨੇ, ਯਾਨੀ ਦੇਸ਼ ਦੇ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਦਾ ਸਮਾਨ ਆਉਂਦਾ ਹੈ ਤੇ BSF ਮੁਸਤੈਦ ਹੈ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਲਈ। ਅੱਗੇ ਵਧਿਆ ਦਿਨ ਦੀ ਤੀਜੀ ਵੱਡੀ ਖਬਰ ਦਾ ਰੁਖ ਕਰਾਂਗੇ ਔਰ ਵੱਡੀ ਖਬਰ ਜੁੜੀ ਹੋਈ ਹੈ ਨਰਸ ਕਤਲ ਮਾਮਲੇ ਦੇ ਵਿੱਚ। ਜੀ ਹਾਂ, ਔਰ ਵੱਡੀ ਖਬਰ ਸਕਰੀਨ ਦੇ ਉੱਤੇ ਆਏਗੀ। ਤੀਜੀ ਵੱਡੀ ਖਬਰ ਹੈ ਨਰਸ ਕਤਲ ਮਾਮਲੇ ਦੇ ਵਿੱਚ ਇਸ ਸਮੇਂ ਇੱਕ ਵੱਡਾ ਖੁਲਾਸਾ ਹੋਇਆ ਹੈ। ਬਰਖਾਸਤ ASI ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ। ਬਰਖਾਸਤ ASI ਨੇ ਹੀ ਕਤਲ ਕੀਤਾ ਸੀ ਨਰਸ ਦਾ, ਉਸ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਔਰ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ASI ਜੋ ਸੀ ਉਸ ਨੂੰ ਬਰਖਾਸਤ ਕੀਤਾ ਗਿਆ ਤੇ ਹੁਣ ਉਸ ਦੇ ਉੱਤੇ ਪਰਚਾ ਵੀ ਹੋ ਗਿਆ, ਨਾਮਜ਼ਦ ਉਸ ਨੂੰ ਕਰ ਦਿੱਤਾ ਗਿਆ ਹੈ ਜੋ ਕਤਲ ਦੀ FIR ਹੋਈ ਸੀ। ਔਰ ਪੁਲਿਸ ਨੇ ਬਰਖਾਸਤ ASI ਰਸ਼ਪ੍ਰੀਤ ਨੂੰ ਨਾਮਜ਼ਦ ਕੀਤਾ ਹੈ। ਪਰਿਵਾਰ ਸਣੇ ਫਿਲਹਾਲ ਇਹ ASI ਰਸ਼ਪ੍ਰੀਤ ਸਿੰਘ ਫਰਾਰ ਹੈ। ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਕਈ ਟੀਮਾਂ ਲੱਗੀਆਂ ਹੋਈਆਂ ਨੇ। ਕਾਬਿਲੇ ਗੌਰ ਹੈ ਕਿ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਨਰਸ ਪਹਿਲਾਂ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਮੈਕਸ ਦੇ ਵਿੱਚ ਕੰਮ ਕਰ ਰਹੀ ਸੀ ਤੇ ਉਸ ਤੋਂ ਬਾਅਦ ਇਹ ਚੰਡੀਗੜ੍ਹ ਦੇ ਇੱਕ ਜਿੰਦਲ ਹਸਪੀਟਲ ਦੇ ਵਿੱਚ ਕਰੀਬ 15-20 ਦਿਨ ਪਹਿਲਾਂ ਹੀ ਇਸਨੇ ਡਿਊਟੀ ਜੁਆਇਨ ਕੀਤੀ ਸੀ। ਇਸ ਦਾ ਕਤਲ ਕਰ ਦਿੱਤਾ ਗਿਆ। ਲਾਸ਼ ਮਿਲਦੀ ਹੈ, ਪੁਲਿਸ ਦੇ ਹੱਥ ਕਲੂ ਕੁਝ ਵੀ ਨਹੀਂ ਸੀ, ਪਰ ਇੱਕ CCTV ਹੱਥ ਦੇ ਵਿੱਚ ਲੱਗੀ ਜਿਸ ਦੇ ਵਿੱਚ ਇੱਕ ਐਕਟਿਵਾ ਦੇ ਉੱਤੇ ਸ਼ਖਸ ਦੇ ਵੱਲੋਂ ਲਾਸ਼ ਨੂੰ ਰੱਖਿਆ ਹੋਇਆ ਇਸ ਤਰੀਕੇ ਨਾਲ ਉਸ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਸੀ। ਖੈਰ ਪੁਲਿਸ ਜਾਂਚ ਕਰਦੀ ਰਹੀ ਤੇ ASI ਤੱਕ ਹੀ ਪਹੁੰਚ ਗਈ। ASI ਰਸ਼ਪ੍ਰੀਤ ਨੂੰ ਨਾਮਜ਼ਦ ਹੁਣ ਕੀਤਾ ਗਿਆ ਔਰ ਰਸ਼ਪ੍ਰੀਤ ਨੇ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜੋ ਇਲਜ਼ਾਮ ਲੱਗ ਰਹੇ ਨੇ, ਜੋ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਖੁਲਾਸਾ ਕੀਤਾ ਹੈ।
ਤਾਂ ਇਹ ਵੱਡੀ ਖਬਰ ਹੈ, ਨਰਸ ਦਾ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਇੱਥੇ ਪਹੁੰਚਿਆ ਤੇ ਪਰਿਵਾਰ ਵੀ ਸਦਮੇ ਦੇ ਵਿੱਚ ਸੀ ਕਿ ਆਖਿਰ ਉਹਨਾਂ ਦੀ ਬੱਚੀ ਦਾ ਕਤਲ ਕਿਸੇ ਨੇ ਕਿਉਂ ਕਰ ਦਿੱਤਾ। ਔਰ ਇਹ ਚੰਡੀਗੜ੍ਹ ਦੇ ਵਿੱਚ ਹੀ ਨਰਸ ਦਾ ਕੰਮ ਕਰ ਰਹੀ ਸੀ ਔਰ ਇੱਥੇ ਹੀ ਰਹਿ ਰਹੇ ਸਨ ਬਹੁਤ ਸਮੇਂ ਤੋਂ, ਔਰ ਕਰੀਬ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ ਔਰ ਪਰਿਵਾਰ ਜ਼ਰੂਰ ਸਦਮੇ ਦੇ ਵਿੱਚ ਸੀ। ਔਰ ਇਸ ਸਭ ਦੇ ਵਿਚਾਲੇ ਜਾਂਚ ਅੱਗੇ ਵਧੀ ਤਾਂ ਫਿਰ ਇੱਕ ASI ਤੱਕ ਪਹੁੰਚੀ, ਰਸ਼ਪ੍ਰੀਤ ਸਿੰਘ ਤੱਕ, ਔਰ ਰਸ਼ਪ੍ਰੀਤ ਹੀ ਇਸ ਪੂਰੇ ਮਾਮਲੇ ਦੇ ਵਿੱਚ ਕਾਤਲ ਨਿਕਲਿਆ ਹੈ। ਉਸ ਦੇ ਉੱਤੇ ਇਲਜ਼ਾਮ ਕਤਲ ਕਰਨ ਦੇ ਲੱਗ ਰਹੇ ਨੇ ਔਰ ਫਿਲਹਾਲ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਤੇ ਨਾਲ ਹੀ ਨਾਮਜ਼ਦ ਕਰ ਦਿੱਤਾ ਗਿਆ ਇਸ ਬਰਖਾਸਤ ASI ਨੂੰ ਇਸ ਕਤਲ ਦੇ ਮਾਮਲੇ ਦੇ ਵਿੱਚ। ਕਾਬਲੇ ਗੌਰ ਹੈ ਕਿ ਅਜੇ ਤੱਕ ਫਰਾਰ ਹੈ, ਆਪਣੀ ਫੈਮਿਲੀ ਦੇ ਨਾਲ ਫਰਾਰ ਹੋ ਚੁੱਕਿਆ ਔਰ ਛਾਪੇਮਾਰੀ ਉਸ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੀਆਂ ਟੀਮਾਂ ਕਰ ਰਹੀਆਂ ਨੇ। ਤੇ ਰੁਕ ਕਰਦੇ ਹਾਂ, ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਨੇ ਮਨੋਜ ਰਾਠੀ, ਉਹਨਾਂ ਨੇ ਗੱਲਬਾਤ ਕੀਤੀ ਹੈ DSP ਮੋਹਾਲੀ HS ਬਲ ਦੇ ਹੋਰਾਂ ਦੇ ਨਾਲ। ਕੀ ਕੁਝ ਕਹਿ ਰਹੇ ਨੇ DSP, ਉਹ ਤੁਹਾਨੂੰ ਸੁਣਾਉਂਦੇ ਹਾਂ। ਬੀਤੇ ਦਿਨ ਹੋਏ ਸੁਹਾਣਾ 'ਚ ਇੱਕ ਬੋਡੀ ਮਿਲੀ ਸੀ ਨਰਸ ਦੀ, ਉਹਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਤੇ ਹੁਣ ਇਹਦੇ ਵਿੱਚ ਕਈ ਖੁਲਾਸੇ ਹੋਏ ਹੈ। ਇੱਕ ਜਿਹੜਾ ਸ਼ਖਸ ਹੈ ਉਹਨੂੰ ਨਾਮਜ਼ਦ ਵੀ ਕੀਤਾ ਹੈ, ਹਾਲਾਂਕਿ ਉਹਦੀ ਗ੍ਰਿਫਤਾਰੀ ਵਾਸਤੇ ਰੇਡ ਲਗਾਤਾਰ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਪੂਰਾ ਮਾਮਲਾ ਕੀ ਸੀ, ਕਿਉਂਕਿ ਇੱਕ CCTV ਸਾਹਮਣੇ ਆਈ ਸੀ ਕਿ ਉਹਦੀ ਬੋਡੀ ਨੂੰ ਇੱਕ ਐਕਟਿਵਾ ਸਵਾਰ ਉੱਥੇ ਰੱਖ ਕੇ ਜਾ ਰਿਹਾ। ਮਰਡਰ ਮਿਸਟਰੀ ਬਣੀ ਹੋਈ ਸੀ, ਹਾਲਾਂਕਿ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ। ਸਾਡੇ ਨਾਲ DSP HS ਬਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਇਹ ਮਰਡਰ ਮਿਸਟਰੀ ਬਣੀ ਹੋਈ ਸੀ ਕਿ ਨਰਸ ਦਾ ਆਖਿਰ ਮਰਡਰ ਕਿਹਨੇ ਕੀਤਾ? ਪਹਿਲੀ ਗੱਲ CCTV ਆਈ, ਤੁਸੀਂ ਫਿਰ ਉਸ ਤੋਂ ਬਾਅਦ ਇੰਟੈਰੋਗੇਸ਼ਨ ਕੀਤੀ ਤੇ ਹੁਣ ਇੰਟੈਰੋਗੇਸ਼ਨ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ? ਬੇਸਿਕਲੀ ਜਿਹੜੀ CCTV ਫੁਟੇਜ ਨੂੰ ਅਸੀਂ ਸਾਰੀਆਂ ਨੂੰ ਖੰਗਾਲਿਆ, ਜਿਹੜਾ ਰੂਟ ਤੇ ਉਹ ਆਇਆ, ਕਿੱਦਾਂ ਉਹ ਬੰਦਾ ਉਹਨੂੰ ਛੱਡਦਾ। ਬੰਦਾ ਬੜਾ ਸ਼ਾਤਰ ਸੀ, ਜਿੱਦਾਂ ਮਤਲਬ ਉਹਨੇ ਜਿਹੜੀ ਸਕੂਟਰੀ ਨੂੰ ਵੀ ਲਾਈਟਸ ਇਸ ਹਿਸਾਬ ਨਾਲ ਲਾਈਆਂ ਹੋਈਆਂ ਸੀ ਵੀ ਜਿਹਦੇ ਨਾਲ ਨੰਬਰ ਪਲੇਟ ਵੀ ਨਹੀਂ ਪੜੀ ਜਾਂਦੀ ਸੀ। ਤੇ ਉਸ ਨੂੰ ਅਸੀਂ ਕਰਕੇ ਤੇ ਜਿਹੜੀਆਂ ਆਪਣੇ ਕਾਲ ਡਿਟੇਲਸ ਤੇ ਫੋਨਾਂ ਦੀ ਆਪਸ ਆਦਾਨ ਪ੍ਰਦਾਨ ਜਿਹੜਾ ਹੋਇਆ ਸੀ ਦੋਵਾਂ ਦੇ ਵਿੱਚ, ਉਹਦੇ ਨਾਲ ਤੋਂ ਸਾਨੂੰ ਇਹਦਾ ਕਲੀਅਰ ਹੋਇਆ ਤੇ ਹੁਣ ਉਹ ਭੱਜਿਆ ਹੋਇਆ। ਤੇ ਇਹਦੇ ਵਿੱਚ ਅਸੀਂ ਰਸ਼ਪ੍ਰੀਤ ਸਿੰਘ ਸਨ ਹਰਜੀਤ ਸਿੰਘ ਨੂੰ ਸੈਕਟਰ 86 ਚੌ ਮਾਜਰੇ ਦਾ ਰਹਿਣ ਵਾਲਾ ਹੈ ਤੇ ਸਾਡਾ ਕੀ ਕਹਿੰਦੇ ਜਿਹੜਾ ਮੁਲਜ਼ਮ ਹੈ ਉਹਨੂੰ ਅਸੀਂ ਨੋਮੀਨੇਟ ਕੀਤਾ ਹੈ। ਸਰ, ਇਹ ਰਸ਼ਪ੍ਰੀਤ ਸਿੰਘ ਬਰਖਾਸਤ ASI ਉਹੀ ਹੈ ਜਦੋਂ ਪਹਿਲਾਂ ਬਰਖਾਸਤ ਕੀਤੀ? ਹਾਂਜੀ, ਇਹਨੂੰ ਡਿਸਮਿਸ ASI ਹੈ ਤੇ ਇਹ ਉਹੀ ਹੈ। ਇਹਦੇ ਨਸੀਬ ਕੌਰ ਦੇ ਜਿਹੜੇ ਫਾਦਰ ਮੁਖਤਿਆਰ ਸਿੰਘ ਸਨ ਆਫ ਬਹਾਲ ਸਿੰਘ ਅਬੋਹਰ ਤੋਂ ਹੈ, ਉਹਨਾਂ ਦੇ ਬਿਆਨਾਂ ਤੇ ਇਹਨੂੰ ਨਾਮਜ਼ਦ ਕੀਤਾ। ਤੇ ਸਰ, ਹੁਣ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਇਹ ਰਸ਼ਪ੍ਰੀਤ ਨੇ ਆਖਿਰ ਕੁੜੀ ਨੂੰ ਮਾਰਿਆ ਕਿਉਂ ਤੇ ਹੁਣ ਆਖਿਰ ਫਿਲਹਾਲ ਜਦੋਂ ਇਹਦੇ 'ਚ ਇਹ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਇਹਦੇ ਤੇ ਤੁਹਾਨੂੰ ਨਹੀਂ ਦੱਸ ਸਕਦੇ, ਪਰ ਫਿਰ ਵੀ ਜਦੋਂ ਇਹਦੀ ਅਰੈਸਟ ਹੋਊਗੀ ਤੇ ਉਸ ਹਿਸਾਬ ਨਾਲ ਅਸੀਂ ਇਹਦੇ ਤੋਂ ਐਗਜ਼ੈਕਟਨੈਸ ਪਤਾ ਲੱਗੂਗੀ। ਸਰ, ਕਿਉਂਕਿ ਮਰਡਰ ਮਿਸਟਰੀ ਬਣੀ ਹੋਈ ਸੀ ਤੇ ਟੈਕਨੀਕਲ ਅਸੀਂ ਮਦਦ ਕੀਤੀ ਹੈ। ਲੜਕੀ ਦੀ ਲਾਸਟ ਲੋਕੇਸ਼ਨ ਸੈਕਟਰ 86 ਲੱਗੀ ਸੀਗੀ ਜਿਹੜੀ। ਹਾਂ, ਉਹ ਸਾਰਾ ਫੋਨਾਂ ਦੀ ਕੀ ਕਹਿੰਦੇ ਆਪਣੇ ਫੋਨਾਂ ਦੀ ਡਿਟੇਲਸ ਤੋਂ ਤੇ ਟਾਵਰਸ ਤੋਂ ਤੇ ਉਹਦੇ ਵਿੱਚ ਜਿੱਦਾਂ ਉਹ ਬੰਦਾ ਛੱਡ ਕੇ ਆਉਂਦਾ ਉਹਦੇ CCTV ਫੁਟੇਜ ਤੋਂ, ਕਿਉਂਕਿ ਉਹ ਸੁਹਾਣੇ ਦੇ ਉਹ ਛੱਪੜ ਦੇ ਕੋਲ ਛੱਡ ਕੇ ਆਉਂਦਾ ਤੇ ਉੱਥੇ ਦੀਆਂ ਜਿਹੜੀਆਂ CCTV ਫੁਟੇਜ ਸੀਗੀ ਤੇ ਉਹਦੇ ਤੋਂ ਵੀ ਇਹ ਕਲੀਅਰ ਹੋਇਆ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੁਝ ਚੀਜ਼ਾਂ ਸਾਹਮਣੇ ਆਈ ਹੋ, ਤੁਸੀਂ ਲਗਾਤਾਰ ਉਹਨਾਂ ਦੇ ਜਿਹੜੇ ਰੂਮਮੇਟਸ ਨੇ, ਉਹਨਾਂ ਦੇ ਹੋਰ ਸਾਥੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ, ਕੁਝ ਕਲੂਜ਼? ਨਹੀਂ, ਉਹ ਬੇਸਿਕਲੀ ਅਸੀਂ ਇਹ ਚੀਜ਼ਾਂ ਕਈ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਉਹ ਦੱਸਣ ਨਾ, ਫਿਰ ਉਹਨੂੰ ਕਈ ਵਾਰ ਮੁਲਜ਼ਮ ਨੂੰ ਬੈਨੀਫਿਟ ਮਿਲਦਾ, ਇਸ ਕਰਕੇ ਵੀ ਕੈਨੋਟ ਡਿਸਕਲੋਜ਼ ਓਵਰ ਦੇਅਰ। ਤੇ ਖੁਲਾਸਾ ਤਾਂ ਹੋ ਚੁੱਕਿਆ ਕਿ ਰਸ਼ਪ੍ਰੀਤ ਦੇ ਵੱਲੋਂ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਨਰਸ ਦਾ ਕਤਲ ਕੀਤਾ ਗਿਆ। ਹੋਰ ਜਾਣਕਾਰੀ ਦੇ ਲਈ ਸਿੱਧਾ ਰੁਕ ਕਰਦੇ ਹਾਂ ਕਿਉਂਕਿ ਪੁਲਿਸ ਜ਼ਿਆਦਾ ਇਸ ਸਮੇਂ ਬੋਲ ਨਹੀਂ ਰਹੀ ਹੈ। ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਮਨੋਜ ਰਾਠੀ। ਮਨੋਜ, ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਮੋਟਿਵ ਮਕਸਦ ਕੀ ਹੈ ਕਤਲ ਦੇ ਪਿੱਛੇ ਔਰ ਸੰਪਰਕ ਦੇ ਵਿੱਚ ਕਿਵੇਂ ਸੀ ਇਹ ਰਸ਼ਪ੍ਰੀਤ ਇਸ ਨਰਸ ਦੇ? देखो गौरव, ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ, ਜਿਹੜੇ ਹਾਲਾਂਕਿ ਨਿਊਜ਼ 18 ਦੀ ਖਬਰ ਤੇ ਮੋਹਰ ਲੱਗੀ ਸੀ, ਕੱਲ ਦੱਸਦਾ ਸੀਗਾ ਕਿ ਇਹਦੇ ਵਿੱਚ ਪ੍ਰਕਾਸ਼ ASI ਦਾ ਨਾਮ ਸਾਹਮਣੇ ਆ ਰਿਹਾ ਹੈ ਤੇ ਇਹਦਾ ਵਿੱਚ ਹੁਣ ਪੁਲਿਸ ਨੇ ਵੀ ਇਹ ਖੁੱਲ ਕੇ ਦੱਸਿਆ ਹੈ ਕਿ ASI ਰਸ਼ਪ੍ਰੀਤ ਨੂੰ ਨਾਮਜ਼ਦ ਕਰ ਲਿਆ ਗਿਆ, ਯਾਨੀ ਕਿ ਇਹਦੇ ਖਿਲਾਫ ਮਾਮਲਾ ਦਰਜ ਕਰਕੇ ਉਹਦੀ ਭਾਲ ਕੀਤੀ ਜਾ ਰਹੀ ਹੈ। ਹੁਣ ਕੁਐਸਚਨ ਇਹ ਹੈ ਕਿ ਆਖਿਰ ਕਾਰਨ ਕੀ ਰਹੇ ਕਿ ਇਹਨੇ
ਕੁੜੀ ਨੂੰ ਸਟ੍ਰੈਂਗੂਲੇਟ ਕੀਤਾ, ਉਹਦਾ ਗਲਾ ਘੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰਤਾ। ਹਾਲਾਂਕਿ ਇਹਦੀ ਗ੍ਰਿਫਤਾਰੀ ਨਹੀਂ ਹੋਈ ਹੈ, ਇਹ ਫਰਾਰ ਚੱਲ ਰਿਹਾ ਹੈ, ਇਹਦੇ ਪਰਿਵਾਰ ਵਾਲੇ ਵੀ ਫਰਾਰ ਚੱਲ ਰਹੇ ਹਨ, ਲੇਕਿਨ ਪੁਲਿਸ ਨੇ ਇਹਦੀ ਗੱਡੀ ਦੀ ਖੋਜ ਜ਼ਰੂਰ ਕੀਤੀ ਹੈ, ਬਲੈਕ ਕਲਰ ਦੀ ਸਕਾਰਪੀਓ। ਤੇ ਹੁਣ ਆਖਿਰ ਰੀਜ਼ਨ ਕੀ ਹੈ ਕਿ ਪੁਲਿਸ ਸੋਰਸ ਹੀ ਦੱਸ ਰਹੇ ਨੇ ਕਿ ਕਈ ਚੀਜ਼ਾਂ ਇਹਦੇ ਵਿੱਚ ਨਿਕਲ ਕਰ ਸਾਹਮਣੇ ਆ ਗਈਆਂ, ਕਈ ਚੀਜ਼ਾਂ ਇਹਦੇ ਵਿੱਚ ਖੁਲਾਸੇ ਜਿਹੜੇ ਹੈ ਉਹ ਜਲਦ ਹੋਣਗੇ, ਕਿਉਂਕਿ ਕੁੜੀ ਦਾ ਜਿਹੜੀ ਲੋਕੇਸ਼ਨ ਹੈ, ਲਾਸਟ ਲੋਕੇਸ਼ਨ ਜਿਹੜੀ ਹੈ ਉਹ ਸੈਕਟਰ 86 ਜਿਹੜੀ ਹੈਗੀ ਇਹਦੇ ਘਰ ਦੀ ਲੋਕੇਸ਼ਨ ਹੈ। ਯਾਨੀ ਕਿ ਕੁੜੀ ਇਹਦੇ ਘਰ ਗਈ ਸੀ, ਘਰ ਕੀ ਹੋਇਆ, ਆਪਸ ਵਿੱਚ ਲੜਾਈ ਝਗੜਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ, ਕਿਉਂਕਿ ਇਹਦੀ ਜਿਹੜੀ ਕੁੜੀ ਦੀ ਰੂਮਮੇਟ ਹੈ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ। ਇਹਦੀ ਕੁੜੀ ਦੇ ਨਾਲ ਜਿੰਨੇ ਵੀ ਜਾਣਕਾਰ ਸੀਗੇ, ਉਹਦੇ ਦੋਸਤ, ਉਹਨਾਂ ਨੂੰ ਵੀ ਬੁਲਾ ਕੇ ਜਿਹੜੇ ਪੁੱਛਗਿੱਛ ਕੀਤੀ ਗਈ, ਜਿਹਦੇ ਵਿੱਚ ਪਹਿਲਾਂ ਤੋਂ ਹੀ ਜਾਣਦਾ ਸੀ ਕੁੜੀ ਨੂੰ, ਪਹਿਲਾਂ ਤੋਂ ਦੀ ਦੋਸਤੀ ਜਾਂ ਕਿਸ ਤਰ੍ਹਾਂ ਦਾ ਰਿਲੇਸ਼ਨ ਸੀਗਾ, ਹੁਣ ਇਹ ਵੀ ਜਾਂਚ ਦਾ ਵਿਸ਼ੇ ਹੈ। ਲੇਕਿਨ ਕੁੜੀ ਨੂੰ ਕਿਉਂ ਮਾਰਿਆ ਗਿਆ? ਰਸ਼ਪੀਰ ਜਿਹੜਾ ਹੈਗਾ ਉਹਨੂੰ ਪਹਿਲਾਂ ਵੀ ਅਟੈਂਪਟ ਟੂ ਮਰਡਰ ਦਾ ਜਿਹੜਾ ਹੈਗਾ ਉਹਦੇ ਮੋਹਾਲੀ ਦੇ ਫਿਰ ਥਾਣੇ ਹੀ ਉਹ ਮੁਨਸ਼ੀ ਸੀਗਾ, ਮੁਨਸ਼ੀ ਦੀ ਪੋਸਟ ਤੇ ਸੀਗਾ ਜਦ ਉਹਨੇ ਅਟੈਂਪਟ ਟੂ ਮਰਡਰ ਕੀਤਾ। ਠੀਕ ਹੈ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਖੁਲਾਸੇ ਜ਼ਰੂਰ ਹੋ ਰਹੇ ਨੇ ਤੇ ਸਭ ਦੇ ਵਿਚਾਲੇ ਹੁਣ ਗ੍ਰਿਫਤਾਰੀ ਕਦੋਂ ਹੁੰਦੀ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਜ਼ਰੂਰ ਨੇ। ਨਰਸ ਦਾ ਕਤਲ ਹੋਇਆ ਤੇ ASI ਹੀ ਕਾਤਲ ਨਿਕਲਿਆ। ਹੁਣ ਅੱਗੇ ਵਧਦੇ ਤੇ ਦਿਨ ਦੀ ਦੂਜੀ ਵੱਡੀ ਖਬਰ ਦਾ ਰੁਖ ਕਰਾਂਗੇ। SGPC ਦੇ ਨਾਲ ਜੁੜੀ ਹੋਈ ਹੈ। SGPC ਦੀ ਅੰਤਰਿਮ ਕਮੇਟੀ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਅਗਲੇ 6 ਮਹੀਨੇ ਤੱਕ ਕੋਈ ਵੀ ਨਵੀਂ ਭਰਤੀ SGPC ਦੇ ਵਿੱਚ ਨਹੀਂ ਹੋਏਗੀ। ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਵੀ, ਔਰ SGPC ਅੰਤਰਿਮ ਕਮੇਟੀ ਦੇ ਵਿੱਚ ਵੱਡਾ ਫੈਸਲਾ ਹੋਇਆ। ਅਗਲੇ 6 ਮਹੀਨੇ ਤੱਕ ਕੋਈ ਵੀ ਭਰਤੀ ਨਹੀਂ ਕੀਤੀ ਜਾਏਗੀ ਰੈਗੂਲਰ ਤੌਰ ਦੇ ਉੱਤੇ। ਇਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਕਿਹਾ ਗਿਆ। ਮੌਜੂਦਾ ਤਰੀਕੇ ਦੇ ਨਾਲ ਸੇਵਾਦਾਰਾਂ ਦੀ ਭਰਤੀ ਜਾਰੀ ਰਹੇਗੀ। ਇਹ ਡੇਲੀ ਬੇਸਿਸ ਦੇ ਤੁਸੀਂ ਕਹਿ ਸਕਦੇ ਹੋ ਭਰਤੀ ਕੀਤੀ ਜਾਂਦੀ ਹੈ, ਔਰ SGPC ਦੇ ਵਿੱਚ ਕੋਈ ਵੀ ਨਵੀਂ ਭਰਤੀ ਨਹੀਂ ਹੋਏਗੀ। ਔਰ ਤੁਹਾਨੂੰ ਦੱਸ ਦਈਏ ਕਿ ਮੌਜੂਦਾ ਜਿਹੜਾ ਤਰੀਕਾ ਹੋਇਆ ਕਿ ਦਿਹਾੜੀ ਦੇ ਤੌਰ ਦੇ ਉੱਤੇ ਸੇਵਾਦਾਰ ਰੱਖੇ ਜਾਂਦੇ ਨੇ। ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਦੇ ਵਿੱਚ ਹੁੰਦਾ ਹੈ, ਜਾਂ ਕਿਸੇ ਖਾਸ ਸਮਾਗਮ ਦੇ ਵਿੱਚ ਝਾੜੂ ਜਾਂ ਲੰਗਰ ਦੀ ਸੇਵਾ ਦੇ ਲਈ ਇਹ ਸੇਵਾਦਾਰ ਰੱਖੇ ਜਾਂਦੇ ਨੇ ਤੇ ਉਸੇ ਤਰੀਕੇ ਨਾਲ ਰੱਖੇ ਜਾਣਗੇ। ਔਰ YouTube ਚੈਨਲ 24 ਘੰਟੇ ਚਲਾਉਣ ਦੀ ਵੀ ਤਿਆਰੀ ਇਸ ਸਮੇਂ SGPC ਦੇ ਵੱਲੋਂ ਕੀਤੀ ਜਾ ਰਹੀ ਹੈ। ਸਕੂਲ ਅਤੇ ਕਾਲਜਸ ਦੇ ਵਿੱਚ ਵੀ ਸਰੋਪਾ ਦੇਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਯਾਨੀ ਕਿ ਸਕੂਲ ਕਾਲਜਾਂ ਦੇ ਵਿੱਚ ਜਿਹੜਾ ਸਰੋਪਾ ਪਾਉਣ ਦਾ ਇੱਕ ਕਲਚਰ ਤੋਂ ਹੈ ਉਸ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਉਹ ਸਕੂਲ ਕਾਲਜਸ ਨੇ ਜਿਹੜੇ SGPC ਦੇ ਅੰਡਰ ਆਉਂਦੇ ਨੇ, ਜਿਹੜੇ SGPC ਦੇ ਅਧੀਨ ਹੁੰਦੇ ਨੇ। ਉਹਨਾਂ ਸਕੂਲ ਕਾਲਜਸ ਦੇ ਉੱਤੇ ਫੈਸਲਾ SGPC ਦੇ ਪ੍ਰਧਾਨ ਜਾਂ SGPC ਦੀ ਅੰਤਰਿਮ ਕਮੇਟੀ ਦਾ ਲਾਗੂ ਹੋਵੇਗਾ। ਗੁਰਦੁਆਰਿਆਂ ਦੇ ਵਿੱਚ ਸਿਰਫ ਖਾਸ ਸ਼ਖਸੀਅਤਾਂ ਨੂੰ ਹੀ ਸਰੋਪਾ ਭੇਂਟ ਕੀਤਾ ਜਾਏਗਾ, ਪਾਇਆ ਜਾਵੇਗਾ। ਇਹ ਵੀ ਹੁਣ ਸਾਫ਼ ਕਰ ਦਿੱਤਾ ਗਿਆ। ਵੱਡੀ ਖਬਰ ਹੈ, ਵੱਡੀ ਖਬਰ। 2-3 ਅਹਿਮ ਪੁਆਇੰਟਸ ਨੇ ਇਸ ਦੇ ਵਿੱਚ। ਪੁਆਇੰਟ ਨੰਬਰ 1 ਕਿ ਅਗਲੇ 6 ਮਹੀਨੇ SGPC ਦੇ ਵਿੱਚ ਕੋਈ ਰੈਗੂਲਰ ਭਰਤੀ ਨਹੀਂ ਹੋਣ ਜਾ ਰਹੀ ਤੇ ਜਿਹੜੇ ਸੇਵਾਦਾਰਾਂ ਦੀ ਜ਼ਰੂਰਤ ਹੋਏਗੀ ਉਹ ਦਿਹਾੜੀ ਡੇਲੀ ਬੇਸਿਸ ਦੇ ਤੌਰ ਦੇ ਉੱਤੇ ਰੱਖੇ ਜਾਣਗੇ। ਖਾਸ ਤੌਰ ਤੇ ਸ਼ਹੀਦੀ ਜੋੜ ਮੇਲ ਜਲਦੀ ਸ਼ੁਰੂ ਹੋਣ ਵਾਲਾ ਹੈ। ਦਸੰਬਰ ਦੇ ਮਹੀਨੇ ਦੇ ਵਿੱਚ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਦੇ ਵਿੱਚ ਅਹਿਮ ਸ਼ਹੀਦੀ ਜੋੜ ਮੇਲ ਹੁੰਦੇ ਨੇ। ਛੋਟੇ ਸਾਹਿਬਜ਼ਾਦਿਆਂ ਤੇ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ 'ਚ ਸ਼ਹੀਦੀ ਜੋੜ ਮੇਲ ਹੁੰਦਾ ਹੈ। ਤਾਂ ਉਸ ਸਮੇਂ ਜਿਹੜੀ ਝਾੜੂ ਵਾਸਤੇ ਜਾਂ ਫਿਰ ਲੰਗਰ ਦੀ ਸੇਵਾ ਵਾਸਤੇ ਜਿਹੜੇ ਸੇਵਾਦਾਰ ਰੱਖੇ ਜਾਂਦੇ ਨੇ ਉਹ ਦਿਹਾੜੀ ਦੇ ਤੌਰ ਦੇ ਉੱਤੇ ਰੱਖੇ ਜਾਣਗੇ। ਇਹ ਸਾਫ਼ ਕੀਤਾ ਗਿਆ। ਜਿਹੜੇ SGPC ਦੇ ਅਧੀਨ ਸਕੂਲ ਆਉਂਦੇ ਨੇ, ਕਾਲਜਸ ਆਉਂਦੇ ਨੇ, ਉੱਥੇ ਕਿਸੇ ਨੂੰ ਵੀ ਸਰੋਪਾ ਨਹੀਂ ਭੇਂਟ ਕੀਤਾ ਜਾਏਗਾ। ਨਿਖੋਸ਼ ਹੋ ਗਏ ਡਾਕਟਰ, ਉਹਨਾਂ ਦਾ ਇਲਾਜ ਕਰ ਰਹੇ ਨੇ। ਕਾਬਿਲੇ ਗੌਰ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਆਗੂ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਇਸ ਧਰਨੇ ਪ੍ਰਦਰਸ਼ਨ ਦੇ ਵਿਚਾਲੇ ਜਿਹੜੀਆਂ ਮੰਗਾਂ ਦੇ ਉੱਤੇ ਸਰਕਾਰ ਗੌਰ ਕਰੇ ਔਰ ਖਾਸ ਤੌਰ ਤੇ ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਉਹਨਾਂ ਦਾ ਨੋਟੀਫਿਕੇਸ਼ਨ ਸਰਕਾਰ ਜਾਰੀ ਕਰੇ। ਇਹ ਮੰਗ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ। ਔਰ ਇਸ ਵਿਚਾਲੇ ਇੱਕ ਪਾਸੇ ਡੱਲੇਵਾਲ ਬੈਠੇ ਹੋਏ ਨੇ, ਸ਼ਨੀਵਾਰ ਤੋਂ ਮਰਨ ਵਰਤ ਦੇ ਉੱਤੇ ਕੋਸ਼ਿਸ਼ਾਂ ਮਨਾਉਣ ਦੀਆਂ ਜਾਰੀ ਨੇ ਤੇ ਸਭ ਦੇ ਵਿਚਾਲੇ ਕਿਸਾਨ ਦੀ ਤਬੀਅਤ ਵਿਗੜੀ ਹੈ, ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਫਰੀਦਕੋਟ ਤੋਂ ਸਾਡੇ ਨਾਲ ਨੇ ਨਰੇਸ਼ ਸੇਠੀ। ਨਰੇਸ਼, ਸਮਝਣਾ ਚਾਹਾਂਗੇ ਇਸ ਸਮੇਂ ਦੀ ਸਥਿਤੀ ਕੀ ਹੈ? ਕਿੰਨੇ ਕਿਸਾਨ ਇਸ ਸਮੇਂ ਮਰਨ ਵਰਤ ਦੇ ਉੱਤੇ ਡੱਲੇਵਾਲ ਦੇ ਨਾਲ ਬੈਠੇ ਹੋਏ ਨੇ? ਡੱਲੇਵਾਲ ਦੀ ਸਿਹਤ ਔਰ ਕਿਹੜੇ ਅਧਿਕਾਰੀ ਜਿਹੜੇ ਅਧਿਕਾਰੀ ਪਹੁੰਚ ਰਹੇ ਨੇ, ਉਹ ਚਾਹੇ IG ਪਹੁੰਚੇ ਹੋਣ, SSP ਪਹੁੰਚੇ ਹੋਣ, ਇਹ ਕੀ ਪ੍ਰਪੋਜ਼ਲ ਲੈ ਕੇ ਪਹੁੰਚਦੇ ਨੇ? ਜੇਕਰ ਇਸ ਬਾਰੇ ਕੋਈ ਜਾਣਕਾਰੀ ਦੇ ਸਕੋ ਕਿ ਇਹਨਾਂ ਨੇ ਕਿਹੜੀ ਗੱਲ ਜਾ ਕੇ ਦੱਸੀ ਕਿ ਸਰਕਾਰ ਇਹ ਕਹਿ ਰਹੀ ਹੈ ਔਰ ਕਿਹੜੀ ਗੱਲ ਦੇ ਉੱਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਦੇਖੋ ਕਰਨ ਦੀ ਗੱਲ ਕਰੀਏ, ਕਿਸਾਨਾਂ ਦੀ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਟਹਿਣਾ ਟੀ ਪੁਆਇੰਟ ਤੇ ਜੁੜਨੇ ਸ਼ੁਰੂ ਹੋ ਗਏ ਸੀ ਕੱਲ ਤੋਂ ਹੀ, ਕਿਉਂਕਿ ਕੱਲ ਅਪੀਲ ਕੀਤੀ ਗਈ ਸੀਗੀ ਕਿ ਇਸ ਮੋਰਚੇ ਨੂੰ ਸਟਰੋਂਗ ਕਰਨ ਲਈ ਜਾਂ ਵੱਖ-ਵੱਖ ਪਿੰਡਾਂ ਵਿੱਚੋਂ 50 ਦੇ ਕਰੀਬ ਜਿਹੜੇ ਕਿਸਾਨ ਪੁੱਜਣੇ ਚਾਹੀਦੇ ਆ। ਤਾਂ ਉਸ ਅਪੀਲ ਦਾ ਅਸਰ ਜ਼ਰੂਰ ਹੋਇਆ ਕਿ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਇੱਥੇ ਮੋਰਚੇ ਤੇ ਪਹੁੰਚੇ ਨੇ। ਉਸ ਤੋਂ ਬਾਅਦ ਅਗਰ ਗੱਲ ਕਰੀਏ ਅਧਿਕਾਰੀਆਂ ਦੀ, ਤਾਂ SSP ਫਰੀਦਕੋਟ ਵੱਲੋਂ ਕੱਲ ਵੀ ADC ਫਰੀਦਕੋਟ ਦੇ ਨਾਲ ਮਿਲ ਕੇ ਜਿਹੜਾ ਕੋਸ਼ਿਸ਼ ਕੀਤੀ ਸੀਗੀ ਕਿ ਡੱਲੇਵਾਲ ਵੱਲੋਂ ਜਿਹੜਾ ਅਨਸ਼ਨ ਕੀਤਾ ਗਿਆ ਸ਼ੁਰੂ, ਉਸ ਨੂੰ ਖਤਮ ਕਰਵਾਇਆ ਜਾਏ। ਅਪੀਲ ਕੀਤੀ
ਕੀਤੀ ਸੀ, ਪਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਹੀ ਇਨਕਾਰ ਕੀਤਾ ਗਿਆ ਸੀ ਕਿ ਮੈਂ ਤਦ ਤੱਕ ਅਨਸ਼ਨ ਖਤਮ ਨਹੀਂ ਕਰਾਂਗਾ ਜਦ ਤੱਕ ਸਾਡੀਆਂ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। ਤਾਂ ਅੱਜ ਫਿਰ ਤੋਂ ਇੱਕ ਵਾਰੀ ਕੋਸ਼ਿਸ਼ ਕੀਤੀ ਹੈ ਐਸਐਸਪੀ ਫਰੀਦਕੋਟ ਔਰ ਆਈਜੀ ਫਿਰੋਜ਼ਪੁਰ ਰੇਂਜ ਜਸਕਰਨ ਸਿੰਘ ਵੱਲੋਂ, ਉਹਨਾਂ ਵੱਲੋਂ ਆ ਕੇ ਜਿਹੜਾ ਕਾਫੀ ਲੰਬੇ ਸਮਾਂ ਜਿਹੜਾ ਡੱਲੇਵਾਲ ਸਾਹਿਬ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜਾ ਮਰਨ ਵਰਤ ਖੋਲਣ, ਕਿਉਂਕਿ ਲਗਾਤਾਰ ਉਹਨਾਂ ਦੀ ਤਬੀਅਤ ਜਿਹੜੀ ਹੈ ਕਾਫੀ ਗਿਰਾਵਟ ਵੇਖੀ ਗਈ ਹੈ। ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਉਹ ਵੀ ਕਾਫੀ ਲੋ ਜਾ ਰਿਹਾ ਸੀ ਔਰ ਵਜਨ ਵੀ ਕਾਫੀ ਘੱਟ ਹੋਇਆ। ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਡਾਕਟਰਾਂ ਨੇ ਸ਼ੰਕਾ ਜਤਾਈ ਸੀ ਕਿ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਸਕਦੀ ਹੈ। ਤਾਂ ਲਗਾਤਾਰ ਪ੍ਰਸ਼ਾਸਨ ਦੀ ਹਜੇ ਫਿਲਹਾਲ ਇਹੀ ਕੋਸ਼ਿਸ਼ ਹੈ ਕਿ ਉਹਨਾਂ ਦਾ ਜਿਹੜਾ ਅਨਸ਼ਨ ਜਿਹੜਾ ਖਤਮ ਕਰਾਇਆ ਜਾਵੇ। ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਤੱਕ ਮੰਗਾਂ ਜ਼ਰੂਰ ਪਹੁੰਚਾਉਣਗੇ, ਜਿਸ ਤਰ੍ਹਾਂ ਕਿ ਥੋੜੀ ਦੇਰ ਪਹਿਲਾਂ ਆਈਜੀ ਜਸਕਰਨ ਸਿੰਘ ਨੇ ਕਿਹਾ ਕਿ ਅਸੀਂ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਹੈ, ਅਸੀਂ ਕੋਸ਼ਿਸ਼ ਕੀਤੀ ਹੈ, ਅਸੀਂ ਅਪੀਲ ਵੀ ਕੀਤੀ ਹੈ ਕਿ ਉਹ ਆਪਣਾ ਮਰਨ ਵਰਤ ਖਤਮ ਕਰਨ, ਪਰ ਡੱਲੇਵਾਲ ਸਾਹਿਬ ਅਜੇ ਤੱਕ ਆਪਦੀ ਜਿੱਤ ਤੇ ਰਹੇ ਹੋਏ ਨੇ। ਔਰ ਫਿਲਹਾਲ ਜੇ ਗੱਲ ਕਰੀਏ ਉਹਨਾਂ ਦੀ ਤਬੀਅਤ ਅਜੇ ਆਪਦੇ ਆਪ ਨੂੰ ਬਿਲਕੁਲ ਸਹੀ ਦੱਸ ਰਹੇ ਨੇ ਕਿ ਮੈਂ ਬਿਲਕੁਲ ਸਹੀ ਹਾਂ, ਮੈਂ ਆਪਦਾ ਅਨਸ਼ਨ ਜਾਰੀ ਰੱਖਾਂਗਾ। ਪਰ ਦੂਜੇ ਪਾਸੇ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਜੇ ਗੱਲ ਕਰੀਏ ਅਧਿਕਾਰਤ ਤੌਰ ਤੇ ਕਿਸੇ ਵੀ ਮਿਨਿਸਟਰ ਵੱਲੋਂ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਵੱਲੋਂ ਹਲੇ ਮੰਗਾਂ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ। ਪ੍ਰਸ਼ਾਸਨ ਦੇ ਅਧਿਕਾਰੀ ਜ਼ਰੂਰ ਪਹੁੰਚੇ, ਪੁਲਿਸ ਪ੍ਰਸ਼ਾਸਨ ਜ਼ਰੂਰ ਪਹੁੰਚਿਆ, ਪਰ ਹਲੇ ਤੱਕ ਸਰਕਾਰ ਵੱਲੋਂ ਕੋਈ ਇਸੇ ਤਰ੍ਹਾਂ ਦਾ ਪਹਿਲ ਕਦਮੀ ਨਹੀਂ ਕੀਤੀ ਗਈ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਜਾਂ ਉਹਨਾਂ ਦੇ ਮੰਗਾਂ ਪ੍ਰਤੀ ਕੋਈ ਉਹਨਾਂ ਨੂੰ ਭਰੋਸਾ ਦਿੱਤਾ ਜਾਂ ਕੋਈ ਆਸ਼ਵਾਸਨ ਦਿੱਤਾ ਜਾਵੇ। ਤਾਂ ਇਹੀ ਅਜੇ ਗੱਲਬਾਤ ਕੋਈ ਮੋਰਚੇ ਵਿੱਚ ਦਿਖਾਈ ਨਹੀਂ ਦਿੱਤੀ। ਜੀ ਕਰੋ। ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਬੇਸ਼ੱਕ ਹੋ ਰਹੀਆਂ ਨੇ, ਵੱਡੇ ਅਧਿਕਾਰੀ ਪਹੁੰਚ ਰਹੇ ਨੇ, ਆਈਜੀ ਖੁਦ ਪਹੁੰਚੇ, ਐਸਐਸਪੀ ਪਹੁੰਚੇ, ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ। ਇਨਫੈਕਟ ਐਸਐਸਪੀ ਇੱਕ ਦਿਨ ਪਹਿਲਾਂ ਵੀ ਪਹੁੰਚੇ ਸੀ। ਤਾਂ ਗੱਲਬਾਤ ਦੇ ਨਾਲ ਸਹਿਮਤੀ ਫਿਲਹਾਲ ਬਣਦੀ ਹੋਈ ਤਾਂ ਨਜ਼ਰ ਨਹੀਂ ਆ ਰਹੀ। ਹੁਣ ਮੰਗਾਂ ਦੇ ਉੱਤੇ ਪ੍ਰਸ਼ਾਸਨ ਕੀ ਗੌਰ ਕਰਦਾ ਹੈ, ਨੋਟੀਫਿਕੇਸ਼ਨ ਦਾ ਜ਼ਿਕਰ ਕਰ ਰਹੇ ਨੇ ਡੱਲੇਵਾਲ ਤੇ ਇਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼ਨੀਵਾਰ ਤੋਂ ਉਹਨਾਂ ਦੇ ਵੱਲੋਂ ਮਰਨ ਵਰਤ ਦੀ ਸ਼ੁਰੂਆਤ ਕੀਤੀ ਗਈ ਸੀ, ਭੁੱਖ ਹੜਤਾਲ ਦੇ ਉੱਤੇ ਉਹ ਬੈਠੇ ਹੋਏ।